ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਦੇ ਨਾਲ ਰਹਿਰਾਸ ਸਾਹਿਬ ਦੇ ਪੰਜਵੇਂ ਸ਼ਬਦ ਸੋ ਪੁਰਖ ਦੇ ਵਿਚਾਰ ਰਲ ਮਿਲ ਕਰਕੇ ਆਪਾਂ ਕਰ ਰਹੇ ਹਾਂ। ਜਿਹੜੇ ਅੱਜ ਪਹਿਲੀ ਵਾਰ ਆਏ ਹਨ ਉਹਨਾਂ ਨੂੰ ਬੇਨਤੀ ਹੈ ਕਿ ਸੋ ਦਾ ਰਹਿਰਾਸ ਸਾਹਿਬ ਜੀ ਦੇ ਅੰਦਰ ਸੋ ਪੁਰਖ ਦੀ ਬਾਣੀ ਹੈ, ਉਸ ਦੀ ਪੰਜਵੀਂ ਪੌੜੀ ਦਾ ਪਾਠ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਕਰਨਾ ਹੈ। ਫਿਰ ਜਿਵੇਂ ਸਤਿਗੁਰੂ ਜੀ ਕਿਰਪਾ ਰਹਿਮਤ ਕਰਨਗੇ ਆਪਾਂ ਰਲ ਮਿਲ ਕਰਕੇ ਵਿਚਾਰ ਕਰਾਂਗੇ ਜੀ। ਆਓ ਪਹਿਲਾਂ ਸਾਰੇ ਰਲ ਮਿਲ ਕਰਕੇ ਇਸ ਪੌੜੀ ਦਾ ਪਾਠ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ, ਜੁਗ ਜੁਗ ਅਟਲ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਸ ਬਾਣੀ ਦੇ ਪੰਜਵੇਂ ਸ਼ਬਦ ਦੇ ਅੰਦਰ ਅਤੇ ਪੰਜਵੀਂ ਹੀ ਪੌੜੀ ਦੇ ਅੰਦਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਿਰਪਾ ਬਖਸ਼ਿਸ਼ ਕਰ ਰਹੇ ਹਨ। ਕੱਲ੍ਹ ਜੋ ਅਸੀਂ ਪੌੜੀ ਪੜ੍ਹੀ ਸੀ ਉਸ ਦੀ ਆਖਰੀ ਪੰਕਤੀ ਸੀ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਕਿ ਭਲੇ ਉਹ ਹਨ, ਜੀਵਨ ਉਹਨਾਂ ਦਾ ਸਫਲ ਹੈ ਜਿਹੜੇ ਭਗਤ ਜਨਾਂ ਦੀ, ਗੁਰਮੁਖ ਜਨਾਂ ਦੀ ਕੀਤੀ ਹੋਈ ਘਾਲ ਕਮਾਈ, ਜਪਿਆ ਹੋਇਆ ਨਾਮ ਅਕਾਲ ਪੁਰਖ ਪਰਮਾਤਮਾ ਨੂੰ ਭਾ ਜਾਵੇ। ਕਹਿਣ ਨੂੰ ਅਸੀਂ ਸਾਰੇ ਹੀ ਆਪਣੇ ਆਪ ਦੇ ਵਿੱਚ ਇਹ ਕਹਿੰਦੇ ਹਾਂ ਕਿ ਅਸੀਂ ਸੱਚੇ ਜੀਵਨ ਵਾਲੇ ਹਾਂ, ਸਾਡੇ ਕਰਮ ਚੰਗੇ ਹਨ, ਅਸੀਂ ਪਰਮਾਤਮਾ ਨੂੰ ਮੰਨਣ ਵਾਲੇ ਹਾਂ, ਪਰਮਾਤਮਾ ਦੀ ਭਗਤੀ ਕਰਨ ਵਾਲੇ ਹਾਂ। ਪਰ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸਫਲ ਉਹ ਹੈ ਜਿਹੜੀ ਪਰਮਾਤਮਾ ਨੂੰ ਕਮਾਈ, ਮਿਹਨਤ, ਬੰਦਗੀ
ਭਾ ਜਾਵੇ, ਉਹ ਜੀਵਨ, ਉਹ ਜ਼ਿੰਦਗੀ ਜਿਹੜੀ ਹੈ ਉਹ ਸੁਚੱਜੀ ਹੈ, ਉਹ ਸੱਚੀ ਹੈ। ਕਿਉਂਕਿ ਪਾਵਨ ਬਾਣੀ ਦਾ ਫਰਮਾਨ ਹੈ ਕਿ ਗੱਲੀਂ ਬਾਤੀਂ ਸ਼ੌ ਪਾਈਐ ਨਾਹੀਂ। ਕੇਵਲ ਗੱਲਾਂ ਬਾਤਾਂ ਦੇ ਨਾਲ ਅਸੀਂ ਹੁਕਮ ਨਾ ਮੰਨੀਏ ਆਪਣੇ ਖਸਮ ਦਾ, ਜੀਵ ਇਸਤਰੀ ਰੂਪ ਹੋ ਕੇ ਦੇਖੀਏ, ਅਤੇ ਜੇ ਕੋਈ ਇਸਤਰੀ ਆਪਣੇ ਪਤੀ ਦਾ ਹੁਕਮ ਨਾ ਮੰਨੇ ਅਤੇ ਕੇਵਲ ਗੱਲਾਂ ਬਾਤਾਂ ਦੇ ਨਾਲ ਹੀ ਕਹੀ ਜਾਵੇ ਕਿ ਹਾਂ ਮੈਂ ਤੁਹਾਡੀ ਪਤਨੀ ਹਾਂ, ਅਤੇ ਕੀ ਉਹ ਪਤੀ ਜਿਹੜਾ ਆਪਣੀ ਘਰਵਾਲੀ ਤੋਂ ਖੁਸ਼ ਹੋ ਸਕਦਾ ਹੈ? ਇਸੇ ਤਰ੍ਹਾਂ ਹੀ ਕੇਵਲ ਆਪਣੇ ਆਪ ਨੂੰ ਭਗਤ ਜਾਂ ਪਿਆਰੇ ਜਾਂ ਗੁਰਸਿੱਖ ਗੁਰਮੁਖ ਅਖਵਾਉਣ ਦੇ ਨਾਲ ਅਸੀਂ ਸਫਲ ਜੀਵਨ ਵਾਲੇ ਨਹੀਂ ਹਾਂ। ਸਫਲ ਜੀਵਨ ਉਦੋਂ ਹੋਵੇਗਾ ਜਦੋਂ ਪਰਮਾਤਮਾ ਨੂੰ ਸਾਡੀ ਕੀਤੀ ਹੋਈ ਮਿਹਨਤ, ਜਪਿਆ ਹੋਇਆ ਨਾਮ, ਜੀਵਿਆ ਹੋਇਆ ਸੁਚੱਜਾ ਜੀਵਨ ਚੰਗਾ ਲੱਗੇਗਾ, ਪਸੰਦ ਆਵੇਗਾ, ਤਾਂ ਉਹ ਸਾਡੇ ਉੱਤੇ ਮਿਹਰਬਾਨ ਹੋ ਜਾਵੇਗਾ। ਇਸ ਲਈ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ। ਆਓ ਉਹਨਾਂ ਪੰਕਤੀਆਂ ਨੂੰ ਇੱਕ ਵਾਰ ਪੜ੍ਹੀਏ ਅਤੇ ਫਿਰ ਅਗਾਂਹ ਵਾਲੀ ਪੌੜੀ ਦੀ ਵਿਚਾਰ ਕਰੀਏ। ਜਿਨ ਕੇ ਝੋਲੇ ਰਤੜੇ ਪਿਆਰੇ, ਜਿਨ ਕੇ ਝੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਪਿਆਰੇ, ਧੂੜ ਤਿਨਾ ਕੀ ਜੇ ਮਿਲੈ ਪਿਆਰੇ, ਕਹੋ ਨਾਨਕ ਕੀ ਅਰਦਾਸ, ਕਹੋ ਨਾਨਕ ਕੀ ਅਰਦਾਸ, ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜਿਨ੍ਹਾਂ ਦੇ ਚੋਲੇ ਭਾਵ ਜਿਨ੍ਹਾਂ ਦੇ ਜੀਵਨ ਸੱਚੇ ਨਾਮ ਦੀ ਰੰਗਤ ਦੇ ਨਾਲ ਰੰਗੇ ਗਏ ਹਨ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਮਾਲਕ ਪ੍ਰਭੂ, ਖਾਸਮ ਪ੍ਰਭੂ ਉਹਨਾਂ ਜੀਵ ਇਸਤਰੀਆਂ, ਉਹਨਾਂ ਪਿਆਰਿਆਂ ਭਗਤਾਂ ਦੇ ਨਾਲ ਰਹਿੰਦਾ ਹੈ। ਉਹ ਉਹਨਾਂ ਦਾ ਅੰਗੀ ਸੰਗੀ ਹੋ ਜਾਂਦਾ ਹੈ, ਜਿਨ੍ਹਾਂ ਦੇ ਜੀਵਨ ਨਾਮ ਰੰਗ ਦੇ ਨਾਲ ਰੰਗੇ ਜਾਂਦੇ ਹਨ। ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸਾਨੂੰ ਵੀ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ ਚਾਹੀਦੀ ਹੈ। ਉਹਨਾਂ ਦੀ ਚਰਨ ਧੂੜ ਭਾਵ ਉਹਨਾਂ ਦੇ ਕੋਲੋਂ ਉਪਦੇਸ਼ ਪ੍ਰਾਪਤ ਕਰਨਾ ਚਾਹੀਦਾ ਕਿ ਉਹਨਾਂ ਨੇ ਕਿਸ ਵਿਧੀ ਦੇ ਨਾਲ, ਕਿਸ ਤਰੀਕੇ ਦੇ ਨਾਲ, ਕਿਹੋ ਜਿਹਾ ਉਦਮ ਕਰਕੇ ਇਹ ਅਵਸਥਾ ਪ੍ਰਾਪਤ ਕੀਤੀ ਹੈ, ਅਤੇ ਉਹਨਾਂ ਦੇ ਕੋਲੋਂ ਸਿੱਖਿਆ ਲੈ ਕੇ ਅਸੀਂ ਵੀ ਉਸ ਅਵਸਥਾ ਵਾਲੇ ਬਣ ਜਾਈਏ। ਇਹ ਅਰਦਾਸ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਕਰੀਏ ਕਿ ਪ੍ਰਭੂ ਜਿਹੜੇ ਤੈਨੂੰ ਪਿਆਰ ਕਰਨ ਵਾਲੇ ਹਨ, ਸਾਨੂੰ ਉਹਨਾਂ ਦੀ ਸੰਗਤ ਬਖਸ਼ੀ। ਨਿਤਪਤੀ ਅਰਦਾਸ ਜਦੋਂ ਅਸੀਂ ਕਰਦੇ ਹਾਂ, ਆਖਰੀ ਪੰਕਤੀਆਂ ਇਹੋ ਹੀ ਬੋਲੀਆਂ ਜਾਂਦੀਆਂ ਨੇ ਕਿ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਕਿ ਹੇ ਪ੍ਰਭੂ, ਹੇ ਪੂਰਨ ਗੁਰੂ ਜੀ, ਕਿਰਪਾ ਕਰਨੀ ਸਾਨੂੰ ਉਹਨਾਂ ਦੇ ਨਾਲ ਮਿਲਾਪ ਕਰਾਈ ਜਿਨ੍ਹਾਂ ਦੇ ਨਾਲ ਮਿਲਿਆ ਸਾਨੂੰ ਤੇਰਾ ਨਾਮ ਚਿਤ ਆਵੇ। ਨਾਮ ਜਪਿਆਂ ਹੀ ਸਾਡਾ ਜਿਹੜਾ ਹੈ ਜੀਵਨ ਉਹ ਨਿਰਮਲ ਹੋ ਸਕੇਗਾ। ਅਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹਨੂੰ ਭਾ ਜਾਂਦਾ ਹੈ ਭਲਾ ਜੀਵਨ ਉਹ ਹੈ, ਅਤੇ ਉਹ ਅਕਾਲ ਪੁਰਖ ਪਰਮਾਤਮਾ ਕਿਹੋ ਜਿਹਾ ਹੈ, ਉਸ ਦੀ ਅਵਸਥਾ, ਉਸ ਦੀ ਵਡਿਆਈ ਕੀ ਹੈ। ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜ ਅਵਰ ਨਾ ਕੋਈ। ਜੀਵੜ ਤੋਂ ਭਾਵ ਹੈ ਜਿੱਡਾ ਵੱਡਾ ਪ੍ਰਭੂ ਤੂੰ ਹੈ, ਤੇਰੇ ਜਿੱਡਾ ਹੋਰ ਕੋਈ ਸ੍ਰਿਸ਼ਟੀ ਦੇ ਅੰਦਰ ਨਹੀਂ ਹੈ। ਆਦਿ ਪੁਰਖ ਜਿਹੜਾ ਸ੍ਰਿਸ਼ਟੀ ਦੀ ਰਚਨਾ ਤੋਂ ਵੀ ਪਹਿਲਾਂ ਦਾ ਹੈ। ਅਸੀਂ 3 ਕਾਲ ਮੰਨਦੇ ਹਾਂ, ਭੂਤ ਕਾਲ, ਵਰਤਮਾਨ ਕਾਲ ਅਤੇ ਭਵਿੱਖਤ ਕਾਲ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ 4 ਕਾਲ ਦਿੱਤੇ ਹਨ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਸ੍ਰਿਸ਼ਟੀ ਦੀ ਰਚਨਾ ਤੋਂ ਵੀ ਪਹਿਲਾਂ ਦਾ ਹੈ ਉਹ ਅਕਾਲ ਪੁਰਖ ਪਰਮਾਤਮਾ, ਉਹ ਆਦਿ ਪੁਰਖ ਹੈ। ਪੁਰਖ ਤੋਂ ਭਾਵ ਜਿਹੜਾ ਸਾਰਿਆਂ ਦੇ ਵਿੱਚ
समाया होया। इस शब्द की आरंभता इस पुरख शब्द तो ही हुई सी, ते जिसका भाव सी कि सानू बनाउण वाला परमात्मा साडे तो वख नहीं है। मकान बनाउण वाला मिस्त्री अपने घर बैठ जाता है, जिसने मकान बनवाया हुंदा है उस घर दे विच रहायश करता है। गड्डी बनाउण वाला मिस्त्री इंजीनियर जिहड़ा है वो अपने घर बहिंदा है, पर जिसने खरीदी है वो गड्डी चलाउंदा है। गड्डी दे विच वो मिस्त्री आप नहीं बैठदा। पर परमात्मा एक ऐसा करता पुरख है जिहड़ा सानू बनाउण वाला भी है ते साडे अंदर हर वेले मौजूद भी है। जिन्ना चिर वो मौजूद है उन्ना चिर ही साडा जीवन है। जिस दिन परमात्मा की जोत साडे विचों निकली उस दिन साडा वजूद भी जिहड़ा है वो खत्म हो जाएगा। उस दिन असीं मृतकां की गिणती दे विच आ जावांगे। इसलिए पातशाह जी कृपा करदे ने वो आद भी है, सृष्टि की आरंभता तो पहलां दा भी है, ते पुरख भी है जिहड़ा सारियां दे विच रमिया होया है। आपे दाता आपे भुगता जी, दातां देण वाला भी है ते साडे विच समूह हो के दातां नूं भोगण वाला भी वो प्रभु आप है। अपरंपर जिसका पारावार ना पाया जा सके, जिसका कोई हद बन्ना कोई सीमा ना नापी जा सके। करता भाव जिहड़ा साडा करनहार है, तुध जीवड़ अवर ना कोई। हे अकाल पुरख परमात्मा आद पुरख प्रभु, हे अपरंपार बेअंत प्रभु करता पुरख जी, तुहाडे वर्गा होर कोई सृष्टि दे अंदर नहीं है। जिड्डे वड्डे तुसीं हो, जिस अवस्था दे मालक, जिस प्रभु सत्ता दे मालक तुसीं हो, इहो जिही प्रभु सत्ता दा मालक होर कोई दूसरा नहीं है। तू जुग जुग एको सदा सदा तू एको जी, तू निश्चल करता सोई। जुगां जुगांतरां तो वो प्रभु जिहड़ा है सृष्टि नूं बना के उस दे विच समाया होया है। सदा सदा तू एको जी, बनाउण वाला भी एक है। जुगां जुगांतरां तो सਦੀव काल एक ही चलिया आ रहा है। तू निश्चल करता सोई। करता तो भाव है करनहार, सानू पैदा करन वाला भी ते साडी संभाल करन वाला भी। निश्चल तो भाव है जिहड़ा कदे आवे ना जासी, ना कदे मरै ना जाए। ना वो कदे इस सृष्टि दे जन्म लैण वाला है ते ना ही कदे उसकी मौत होवेगी। वो सਦੀव काल रहन वाला है, वो अटल है, वो कदे भी डोलण वाला नहीं, वो अडोल है। वो अपनी थां दे उत्ते जिस मुकाम ते है वो उस मुकाम ते सदा रहन वाला है। असीं पिछे पढ़ के आए हाँ कि भावें असीं उसकी भगती करिए जां ना करिए, उसनूं याद करिए जां ना करिए, उसकी हस्ती नूं, उसकी ताकत नूं, उसकी वडियाई नूं कोई फर्क नहीं पैण वाला। वड्डा ना होवे घाट ना जाए। ना जपांगे तो उसनूं कोई घाटा नहीं पै जाना कि परमात्मा का असीं नाम नहीं जपिया तो परमात्मा की कोई ताकत घट जाएगी। तो जे जपांगे तो परमात्मा की कोई ताकत उस दे नाल वड्डी नहीं होनी, उस दे विच कोई वाधा नहीं होना। क्योंकि जो किछ पाया सो एका वार कर कर वेखै सिरजणहार। उसने जो कुछ एक बार संसार रूपी खजाने दे विच पा दिता, उस दे विच मुड़ के कदे भी ਤੋਟ नहीं आवेगी। देंदे ਤੋਟ ना आवे अगंत भरे भंडार। उसके भंडारे अनगिणत भी हैं जिन्हां की गिणती नहीं की जा सकती, तो अणमिणे भी हैं, उन्होंने नापिया जोखिया भी नहीं जा सकता कि किड्डे को वड्डे भंडारे हैं। एक बार उसने भंडारे भरते सृष्टि बनाई तो मुड़ के उस सृष्टि की रचना नूं कर कर वेखै सिरजणहार देख रहा है, पर उसके भंडारियां दे विच उसदियां दातां दे विच कदे कोई घाट नहीं आई। इसलिए पातशाह जी कृपा कर देन कि वो अकाल पुरख परमात्मा ही एक है जिहड़ा जुगां जुगांतरां तो एक सारता दे नाल चलदा आ रहा है, तो सृष्टि नूं वो पैदा करके उसकी साम संभाल भी कर रहा है। तो परमात्मा है कदों दा ये किसी नूं भी नहीं पता है।
ਗੁਰਬਾਣੀ ਦਾ ਫਰਮਾਨ ਹੈ ਕਿ ਅਰਬਦ ਨਰਬਦ ਧੁੰਦੂ ਕਾਰਾ ਧਰਨ ਨ ਗਗਨਾ ਹੁਕਮ ਅਪਾਰਾ, ਕਿ ਜਦੋਂ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ, ਕੇਵਲ ਤੇ ਕੇਵਲ ਹਨੇਰਾ ਹੀ ਹਨੇਰਾ ਸੀ, ਧੁੰਦ ਹੀ ਧੁੰਦ ਸੀ, ਤਾਂ ਵੀ ਉਸ ਅਪਾਰ ਪ੍ਰਭੂ ਦਾ ਹੀ ਹੁਕਮ ਚੱਲ ਰਿਹਾ ਸੀ। ਜੋ ਕੁਝ ਵਰਤ ਰਿਹਾ ਸੀ ਉਸ ਅਕਾਲ ਪੁਰਖ ਪਰਮਾਤਮਾ ਦੇ ਭਾਣੇ ਦੇ ਅੰਦਰ, ਉਸ ਦੀ ਰਜ਼ਾ ਦੇ ਅੰਦਰ ਹੀ ਵਰਤ ਰਿਹਾ ਸੀ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ। ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜੋ ਸ੍ਰਿਸ਼ਟੀ ਦੇ ਅੰਦਰ ਧਰਤੀ ਦੇ ਉੱਤੇ ਜਾਂ ਸਾਰੇ ਸੰਸਾਰ ਦੇ ਅੰਦਰ ਹੋ ਰਿਹਾ ਹੈ, ਉਹ ਜਿਵੇਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਭਾਉਂਦਾ ਹੈ ਉਸੇ ਹੀ ਤਰੀਕੇ ਦੇ ਨਾਲ ਹੁੰਦਾ ਹੈ। ਪਰਮਾਤਮਾ ਤੋਂ ਬਿਨਾਂ ਕੋਈ ਹੋਰ ਇਹ ਚਿੱਤ ਵੀ ਨਹੀਂ ਸਕਦਾ, ਮਨ ਦੇ ਅੰਦਰ ਸੋਚ ਵੀ ਨਹੀਂ ਸਕਦਾ ਕਿ ਮੇਰੇ ਕਰਨ ਦੇ ਨਾਲ ਜਾਂ ਮੇਰੇ ਸੋਚਣ ਦੇ ਨਾਲ ਪਰਮਾਤਮਾ ਦੀ ਬਣਾਈ ਹੋਈ ਜਿਹੜੀ ਕੁਦਰਤ ਹੈ ਉਸ ਦੇ ਵਿਧਾਨ ਦੇ ਵਿੱਚ ਉਸ ਦੀ ਜਿਹੜੀ ਇੱਕ ਸਾਰਤਾ ਦੇ ਨਾਲ ਚੱਲਣ ਦੀ ਵਿਧੀ ਹੈ ਉਸ ਦੇ ਵਿੱਚ ਕੋਈ ਫਰਕ ਪੈ ਸਕੇਗਾ। ਭਗਤ ਕਬੀਰ ਜੀ ਪਾਵਨ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਕਬੀਰ ਜੋ ਮੈਂ ਚਿਤਵਉ ਨਾ ਕਰੈ, ਕਿਆ ਮੇਰੇ ਚਿਤਵੈ ਹੋਏ, ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਕਿ ਜੋ ਅਸੀਂ ਚਿਤਵਿਆਦੇ ਹਾਂ, ਅਸੀਂ ਸੋਚਦੇ ਹਾਂ ਕਿ ਪਰਮਾਤਮਾ ਆਹ ਕਰ ਦੇਵੇ, ਪਰਮਾਤਮਾ ਉਹ ਨਹੀਂ ਕਰਦਾ, ਕਿਉਂਕਿ ਉਸਨੇ ਆਪਣੀ ਨਿਆਮ ਪ੍ਰਣਾਲੀ ਜਿਹੜੀ ਬਣਾਈ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵੋ ਅਪਾਰ, ਜਿਹੜਾ ਉਸਦਾ ਨਿਆਂ ਉਹ ਸੱਚਾ ਹੈ, ਉਹ ਕਿਸੇ ਇੱਕ ਮਨੁੱਖ ਦੇ ਵਾਸਤੇ, ਵਿਅਕਤੀ ਵਿਸ਼ੇਸ਼ ਦੇ ਵਾਸਤੇ ਬਦਲ ਵੀ ਨਹੀਂ ਸਕਦਾ। ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਪਰਮਾਤਮਾ ਕਰਦਾ ਉਹ ਹੈ ਜੋ ਮੇਰੇ ਚਿਤ ਨਾ ਹੋਏ, ਜਿਹੜਾ ਸਾਡੇ ਚਿਤ ਚੇਤੇ ਵੀ ਨਹੀਂ ਹੁੰਦਾ, ਉਹ ਅਕਾਲ ਪੁਰਖ ਪਰਮਾਤਮਾ ਕਾਰਜ ਕਰ ਦਿੰਦਾ ਹੈ। ਭਗਤ ਫਰੀਦ ਜੀ ਕਿਰਪਾ ਕਰਦੇ ਹਨ ਆਪਣੀ ਪਾਵਨ ਬਾਣੀ ਦੇ ਅੰਦਰ ਕਿ ਜੋ ਮਨ ਚਿਤ ਨ ਚੇਤੇ ਸਨ, ਸੋ ਗੱਲ ਨਹੀਂ ਰੱਬ ਕੀਆਂ। ਪਰਮਾਤਮਾ ਨੇ ਉਹ ਗੱਲਾਂ ਕਰ ਦਿੱਤੀਆਂ, ਉਹ ਕਾਰਜ ਕਰ ਦਿੱਤਾ ਜਿਹੜਾ ਅਸੀਂ ਆਪਣੇ ਕਦੇ ਚਿੱਤ ਚੇਤੇ ਦੇ ਵਿੱਚ ਵਿਚਾਰਿਆ ਸੋਚਿਆ ਵੀ ਨਹੀਂ ਸੀ। ਇਹ ਪਰਮਾਤਮਾ ਦੀ ਆਪਣੀ ਰਜ਼ਾ ਹੈ, ਉਸ ਦਾ ਹੁਕਮ ਹੈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਜੋ ਪਰਮਾਤਮਾ ਨੂੰ ਭਾਉਂਦਾ ਹੈ ਸ੍ਰਿਸ਼ਟੀ ਦੇ ਅੰਦਰ ਉਹ ਹੀ ਵਰਤਦਾ ਹੈ। ਤੂੰ ਆਪੇ ਕਰੈ ਸੋ ਹੋਈ, ਜੋ ਉਹ ਚਾਹੁੰਦਾ ਹੈ, ਜੋ ਉਹ ਕਰਦਾ ਹੈ ਸ੍ਰਿਸ਼ਟੀ ਦੇ ਅੰਦਰ ਉਹੀ ਵਾਪਰਦਾ ਹੈ, ਉਹੀ ਵਰਤਾਰਾ ਜਿਹੜਾ ਹੈ ਉਹ ਵਰਤ ਜਾਂਦਾ ਹੈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਉਪਾਈ ਤੋਂ ਭਾਵ ਪੈਦਾ ਕਰਨ ਵਾਲਾ, ਉਸ ਅਕਾਲ ਪੁਰਖ ਪਰਮਾਤਮਾ ਨੇ ਆਪ ਹੀ ਕਿਰਪਾ ਕਰਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਚੌਪਈ ਸਾਹਿਬ ਦੇ ਅੰਦਰ ਅਸੀਂ ਪੜ੍ਹ ਕੇ ਆਏ ਕਿ ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਧਰ ਦੇ ਅਪਾਰਾ, ਜਬ ਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਜਦੋਂ ਪਰਮਾਤਮਾ ਦੀ ਰਜ਼ਾ ਹੋਈ ਅਤੇ ਉਸਨੇ ਇਸ ਸ੍ਰਿਸ਼ਟੀ ਦੀ ਰਚਨਾ ਕਰਕੇ ਜੀਵਾਂ ਨੂੰ ਪੈਦਾ ਕਰ ਦਿੱਤਾ। ਅਤੇ ਤੁਧ ਆਪੇ ਸਿਰਜ ਸਭ ਗੋਈ, ਸਿਰਜ ਦੇ ਜੱਜੇ ਨੂੰ ਜਿਹੜਾ ਹੈ ਉਹ ਸਿਹਾਰੀ ਲੱਗੀ ਹੋਈ ਹੈ। ਹੱਥ ਦੇ ਵਿੱਚ ਗੁਟਕਾ ਸਾਹਿਬ ਹੈ, ਜਿਹੜਾ ਸਿਰਜ ਲਿਖਿਆ ਹੋਇਆ ਹੈ, ਤੁਧ ਆਪੇ ਸਿਰਜ ਸਭ ਗੋਈ, ਉਸ ਦੇ ਜੱਜੇ ਨੂੰ ਸਿਹਾਰੀ, ਜੱਜੇ ਨੂੰ ਛੋਟੀ ਈ ਲੱਗੀ ਹੋਈ ਹੈ ਕਿ ਪਰਮਾਤਮਾ ਨੇ ਆਪ ਸ੍ਰਿਸ਼ਟੀ ਦੀ ਰਚਨਾ ਕਰਕੇ ਸ੍ਰਿਸ਼ਟੀ ਨੂੰ ਸਿਰਜ ਕੇ ਗੋਈ ਕਰ ਦਿੱਤਾ, ਭਾਵ ਉਸ ਨੂੰ ਨਾਸ਼ ਕਰ ਦਿੱਤਾ। ਜਬ ਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਜਦੋਂ ਉਸਨੇ ਅਕਰਖ ਕੀਤਾ, ਗੋਈ ਕੀਤਾ ਅਤੇ ਸਾਰੀ ਸ੍ਰਿਸ਼ਟੀ ਨੂੰ ਨਾਸ਼ ਕਰਕੇ ਆਪਣੇ ਵਿੱਚ ਫਿਰ ਸਮੋ ਲਿਆ। ਫਿਰ ਮੁੜ ਕੇ ਏਕ ਹੈ ਤੋਂ ਫਿਰ ਅਨੇਕ ਹੈ, ਅਤੇ ਅਨੇਕਤਾ ਤੋਂ ਫਿਰ ਮੁੜ ਕੇ ਏਕਤਾ ਦੇ ਵਿੱਚ ਆ ਗਿਆ, ਇੱਕ ਸਰੂਪ ਬਣ ਗਿਆ। ਇਸ ਉਸ ਅਕਾਲ ਪੁਰਖ ਪਰਮਾਤਮਾ ਦੀ ਆਪਣੀ ਤਾਕਤ ਹੈ, ਆਪਣਾ ਉਸਦਾ ਹੁਕਮ ਹੈ। ਜਨ ਨਾਨਕ ਗੁਣ ਗਾਵੈ ਕਰ ਤੇਕੇ ਜੀ, ਜੋ ਸਭ ਸੈ ਕਾ ਜਾਣੋਈ। ਜਾਣੋਈ ਤੋਂ ਭਾਵ ਹੈ ਜਿਹੜਾ ਸਾਰਿਆਂ ਨੂੰ ਜਾਣਨ ਵਾਲਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ।
ਉਹ ਚੰਗੇ ਅਤੇ ਮਾੜੇ ਦੇ ਹਰ ਮਨੁੱਖ ਦੇ ਦਿਲ ਦੀ ਜਾਣਨ ਵਾਲਾ ਹੈ। ਉੱਪਰੋਂ ਸਾਡਾ ਰੂਪ ਜਾਂ ਦਿਖਾਵਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਕੋਈ ਸਾਧੂ ਸਧਾਰਨ ਮਨੁੱਖ ਦੇ ਵਾਂਗ ਵਿਚਰ ਕੇ ਮੈਲੇ ਕੁਚੈਲੇ ਕੱਪੜੇ ਪਾ ਕੇ ਵੀ ਸੰਸਾਰ ਦੇ ਅੰਦਰ ਵਿੱਚ ਘੁੰਮ ਸਕਦਾ ਹੈ, ਅਤੇ ਕੋਈ ਮਾੜੇ ਕਰਮਾਂ ਵਾਲਾ, ਕੋਈ ਬੇਕਾਰੀ ਪੁਰਖ ਚਿੱਟੇ ਸਾਧਾਂ ਵਾਲੇ ਕੱਪੜੇ ਪਾ ਕੇ ਵੀ ਸੰਸਾਰ ਦੇ ਵਿੱਚ ਘੁੰਮ ਸਕਦਾ ਹੈ। ਅਸੀਂ ਉਸ ਨੂੰ ਭਾਵੇਂ ਦੁਨਿਆਵੀ ਲੋਕ ਨਾ ਪਹਿਚਾਣੀਏ, ਬਹੁਤ ਵਾਰ ਇਸੇ ਕਰਕੇ ਅਸੀਂ ਠੱਗੀ ਦੇ ਸ਼ਿਕਾਰ ਵੀ ਹੋ ਜਾਂਦੇ ਹਾਂ। ਪਰ ਪਰਮਾਤਮਾ ਜਿਹੜਾ ਹੈ ਉਹ ਸਾਰਿਆਂ ਦੇ ਦਿਲ ਦੀ ਜਾਣਨ ਵਾਲਾ ਹੈ। ਉਹ ਸਭ ਸਹਿ ਕਾ ਜਾਣੋਈ, ਉਹ ਸਾਰਿਆਂ ਨੂੰ ਜਾਣਨ ਵਾਲਾ ਹੈ ਕਿ ਕੌਣ ਕਿਹੋ ਜਿਹੇ ਕਰਮਾਂ ਦਾ, ਕਿਹੋ ਜਿਹੀ ਬਿਰਤੀ ਦਾ ਮਾਲਕ ਹੈ। ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਉਸ ਸਭਨਾਂ ਨੂੰ ਜਾਣਨ ਵਾਲੇ, ਸਭਨਾਂ ਨੂੰ ਪਛਾਣਨ ਵਾਲੇ ਅਕਾਲ ਪੁਰਖ ਪਰਮਾਤਮਾ ਦੇ ਦਾਸ ਨਾਨਕ, ਨਾਨਕ ਦੇ ਕੱਕੇ ਨੂੰ ਔਂਕੜ ਲੱਗਾ ਹੋਇਆ ਹੈ। ਭਾਵੇਂ ਇੱਥੇ ਪਾਤਸ਼ਾਹ ਜੀ ਆਪਣੇ ਉੱਤੇ ਗੱਲ ਲੈ ਕੇ ਸਾਨੂੰ ਸਮਝਾ ਰਹੇ ਹਨ ਕਿ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਸਾਰਿਆਂ ਦੀ ਜਾਣਨ ਵਾਲਾ, ਗੁਣ ਗਾਵੇ ਕਰਤੇ ਕੇ ਜੀ ਦਾਸ ਨਾਨਕ ਵੀ ਉਸ ਕਰਤਾ ਪੁਰਖ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸੇ ਦੀ ਹੀ ਵਡਿਆਈ ਕਰਦਾ ਹੈ, ਉਸੇ ਨਾਲ ਹੀ ਆਪਣੀ ਸੁਰਤ ਨੂੰ ਜੋੜਦਾ ਹੈ, ਜਿਹੜਾ ਸਾਰਿਆਂ ਦਾ ਕਰਤਾ ਵੀ ਹੈ, ਸਾਰਿਆਂ ਦਾ ਪੁਰਖ ਵੀ ਹੈ, ਸਾਰਿਆਂ ਦੇ ਵਿੱਚ ਵਸਿਆ ਹੋਇਆ ਵੀ ਹੈ, ਅਤੇ ਸਾਰਿਆਂ ਦੇ ਦਿਲ ਦੀ ਜਾਣਨ ਵਾਲਾ ਵੀ ਹੈ। ਦਾਸ ਨਾਨਕ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦੀ ਵਡਿਆਈ ਕਰਦਾ ਹੈ ਜੀ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਸਾਡੇ ਸਾਰਿਆਂ ਦੇ ਉੱਤੇ ਕਿ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਹੋ ਕੇ ਰਹੀਏ, ਉਸ ਦੇ ਭੈ ਦੇ ਵਿੱਚ ਰਹਾਂਗੇ, ਉਹ ਸਾਡੇ ਮਨ ਦੇ ਅੰਦਰ ਵਸਿਆ ਰਹੇਗਾ, ਅਤੇ ਸਾਡਾ ਜੀਵਨ ਜਿਹੜਾ ਹੈ ਉਹ ਸਦਾ ਹੀ ਨਿਰਮਲ ਰਹੇਗਾ, ਅਤੇ ਸਾਡਾ ਜੀਵਨ ਵੀ ਜਿਹੜਾ ਹੈ ਉਹ ਸਫਲ ਹੋਵੇਗਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਸਾਨੂੰ ਜੀਵਨ ਦੇ ਅੰਦਰ ਕਿਵੇਂ ਰਹਿਣਾ ਹੈ। ਭੈ ਵਿੱਚ ਵੈਸੈ ਭੈ ਰਹੈ, ਭੈ ਵਿੱਚ ਕਮਾਵੈ ਕਾਰ। ਪਰਮਾਤਮਾ ਦੇ ਭੈ ਦੇ ਵਿੱਚ, ਪਰਮਾਤਮਾ ਦੇ ਅਦਬ ਦੇ ਵਿੱਚ ਸਾਨੂੰ ਬੈਠਣਾ ਹੈ, ਪਰਮਾਤਮਾ ਦੇ ਅਦਬ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਹੈ, ਅਤੇ ਜਿਹੜੀ ਸਾਡੀ ਕਿਰਤਕਾਰ ਹੈ ਉਹ ਵੀ ਪਰਮਾਤਮਾ ਨੂੰ ਯਾਦ ਕਰਦਿਆਂ, ਆਪਣੀ ਯਾਦ ਦੇ ਵਿੱਚ ਪਰਮਾਤਮਾ ਨੂੰ ਵਸਾਉਂਦਿਆਂ ਕਰਨੀ ਹੈ ਕਿ ਅਸੀਂ ਕਿਰਤਕਾਰ ਕਰਦਿਆਂ ਵੀ ਆਪਣੇ ਹੱਥਾਂ ਦੇ ਨਾਲ ਕੋਈ ਐਸਾ ਕੰਮ ਨਾ ਕਰ ਦਈਏ, ਕੋਈ ਅਜਿਹਾ ਕਾਰਜ ਨਾ ਕਰ ਦਈਏ ਕਿ ਅਸੀਂ ਪਰਮਾਤਮਾ ਦੇ ਵੱਲੋਂ ਬੇਮੁਖ ਹੋ ਜਾਈਏ, ਜਾਂ ਪਰਮਾਤਮਾ ਦੇ ਦਰ ਦੇ ਉੱਤੇ ਸਾਡਾ ਜਿਹੜਾ ਮੂੰਹ ਹੈ ਉਹ ਅਸੀਂ ਦਿਖਾਉਣ ਦੇ ਲਾਇਕ ਨਾ ਰਹੀਏ। ਜੇ ਅਸੀਂ ਪਰਮਾਤਮਾ ਦੇ ਭੈ ਵਿੱਚ ਰਹਾਂਗੇ, ਬਹਿੰਦਿਆਂ ਉੱਠਦਿਆਂ ਉਸ ਨੂੰ ਯਾਦ ਰੱਖਾਂਗੇ, ਕਿਰਤਕਾਰ ਕਰਦਿਆਂ ਉਸ ਨੂੰ ਯਾਦ ਰੱਖਾਂਗੇ, ਅਤੇ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਭਈ ਸਫਲ ਯਾਤਰਾ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲਵੇਗਾ, ਅਤੇ ਸਾਡਾ ਜੀਵਨ ਜਿਹੜਾ ਹੈ ਉਹ ਪ੍ਰਭੂ ਦਰ ਦੇ ਉੱਤੇ ਪ੍ਰਵਾਨ ਗਿਣਿਆ ਜਾਵੇਗਾ ਜੀ। ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਰਲ ਮਿਲ ਕਰਕੇ ਇਸ ਪੌੜੀ ਦਾ ਪਾਠ ਕਰੀਏ, ਫਿਰ ਸਮਾਪਤੀ ਹੈ ਜੀ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।